ਜਕਾਰਾ ਪਾਉਣਾ ਹਰੀ ਬਾਬਾ ਜੀ ਦਾ। ਜਕਾਰਾ ਦੂਧਾ ਧਾਰੀ ਬਾਬਾ ਜੀ ਦਾ। ਅੱਜ ਅਸੀਂ ਸਤਸੰਗ ਕਰਨਾ ਹੈਗਾ ਚਰਨ ਗੰਗਾ ਤੇ। ਕਈ ਭਗਤਾਂ ਨੂੰ ਇਹੀ ਨਹੀਂ ਪਤਾ ਕਿ ਬਾਬਾ ਜੀ ਦੇ ਸ਼ਾਹਤਲਾਈ ਵਿੱਚ ਕੋਈ ਚਰਨ ਗੰਗਾ ਵੀ ਹੈਗੀ ਆ। ਬਹੁਤ ਜ਼ਿਆਦਾ ਭਗਤ ਸਾਨੂੰ ਸਲੇਰਨ ਧਾਮ ਆ ਕੇ ਪੁੱਛਦੇ ਆ ਕਿ ਚਰਨ ਗੰਗਾ ਕੀ ਚੀਜ਼ ਆ। ਚਰਨ ਗੰਗਾ ਬਾਬਾ ਜੀ ਦੇ ਚਰਨਾਂ ਤੋਂ ਪੈਦਾ ਹੋਈ ਆ। ਪੌਣਾ ਹਾਰੀ ਦੇ ਦੂਧਾ ਧਾਰੀ ਜੀ ਦੇ ਚਰਨਾਂ ਤੋਂ ਪੈਦਾ ਹੋਈ, ਉਹਨੂੰ ਚਰਨ ਗੰਗਾ ਕਹਿੰਦੇ ਆ। ਇੱਕ ਸਮੇਂ ਸਾਨੂੰ ਇੱਕ ਲੜਕੀ ਮਹਾਰਾਸ਼ਟਰ ਤੋਂ ਆ, ਉਹਨਾਂ ਨੇ ਆ ਕੇ ਸਲੇਰਨ ਧਾਮ ਪੁੱਛਿਆ। ਉਹਨਾਂ ਨੇ ਬਾਬਾ ਜੀ ਦਾ ਇੱਕ ਜਗਰਾਤਾ ਦੇਖਿਆ। ਜਗਰਾਤਾ ਦੇਖਣ ਤੋਂ ਉਪਰੰਤ ਜਦੋਂ ਲੜਕੀ ਰਾਤ ਨੂੰ ਸੁੱਤੀ ਤੇ ਬਾਬਾ ਜੀ ਦੇ ਉਹਨੂੰ ਦਰਸ਼ਨ ਹੋਏ ਤੇ ਪੌਣਾ ਹਾਰੀ ਜੀ ਉਹਨੂੰ ਕਹਿਣ ਲੱਗੇ ਕਿ ਤੁਸੀਂ ਚਰਨ ਗੰਗਾ ਤੇ ਇਸ਼ਨਾਨ ਕਰੋ ਤੇ ਤੁਹਾਡੇ ਦੁੱਖ ਦੂਰ ਹੋਣਗੇ। ਪਰ ਉਹ ਲੜਕੀ ਨੂੰ ਬਾਬਾ ਜੀ ਦੀ ਚਰਨ ਗੰਗਾ ਬਾਰੇ ਕੁਛ ਵੀ ਨਹੀਂ ਸੀ ਪਤਾ। ਉਹਨਾਂ ਨੇ ਸਾਨੂੰ ਪੁੱਛਿਆ ਕਿ ਭਾਜੀ ਚਰਨ ਗੰਗਾ ਕੀ ਆ। ਤੇ ਫਿਰ ਜਿਹੜਾ ਸੋਨੂ ਭਗਤ ਆ, ਇਹਨਾਂ ਨੇ ਵੀ 22-24 ਸਾਲ ਬਾਬਾ ਜੀ ਦੀ ਸੇਵਾ ਕੀਤੀ, ਪਰ ਇਹਨਾਂ ਨੂੰ ਵੀ ਕੁਛ ਨਹੀਂ ਪਤਾ ਚਰਨ ਗੰਗਾ ਕੀ ਆ। ਬਸ ਬਾਬਾ ਜੀ ਦੇ ਜਾਣਾ, ਬੱਸਾਂ ਵਿੱਚ ਗੱਡੀਆਂ 'ਚ ਜਾ ਕੇ ਝੰਡੇ ਚੜਾਉਣੇ, ਧੂਣਾ ਲਾਉਣਾ ਤੇ ਵਾਪਸ ਘਰ ਨੂੰ ਆ ਜਾਣਾ। ਕਦੀ ਵੀ ਇਹਨਾਂ ਨੇ ਇਸ਼ਨਾਨ ਨਹੀਂ ਕੀਤਾ। ਤੇ ਜਦੋਂ ਬਾਬਾ ਬਾਲਕ ਨਾਥ ਜੀ ਮਾਤਾ ਰਤਨ ਦੇ ਘਰ ਰਹੇ 12 ਸਾਲ ਤੋਂ ਬਾਅਦ ਮਾਤਾ ਰਤਨੋ ਦੇ ਨਾਲ ਉਹਨਾਂ ਦੀ ਤਕਰਾਰ ਹੋ ਗਈ, ਲੜਾਈ ਝਗੜਾ ਹੋ ਗਿਆ ਤੇ ਸਤਸੰਗ ਬਹੁਤ ਲੰਬਾ ਹੋ ਜਾਣਾ। ਆਪਾਂ ਚਰਨ ਗੰਗਾ ਤੇ ਹੀ ਗੱਲ ਕਰਨੀ ਆ। ਤੇ ਬਾਬਾ ਜੀ ਮਾਂ ਰਤਨੋ ਨਾਲ ਗੁੱਸੇ ਹੋ ਕੇ ਗੁਫਾ ਨੂੰ ਮੋੜ ਤੇ ਬੈਠ ਕੇ ਚਲੇ ਗਏ। ਤੇ ਜਦੋਂ ਬਾਬਾ ਜੀ ਚਲੇ ਗਏ, ਮਾਂ ਰਤਨੋ ਇਕੱਲੀ ਉਦਾਸ ਹੋ ਗਈ। 12 ਸਾਲ ਕਿਸੇ ਦੇ ਨਾਲ ਤੁਸੀਂ ਰਹੇ ਹੋਵੋ ਤਾਂ ਕੁਦਰਤੀ ਤੌਰ ਤੇ ਇਨਸਾਨ ਉਦਾਸ ਹੋ ਹੀ ਜਾਂਦਾ, ਕਿਉਂਕਿ ਮਾਂ ਪੁੱਤ ਦਾ ਪ੍ਰੇਮ ਬਹੁਤ ਸੀ। ਮਾਂ ਨੇ ਸੇਵਾ ਬਹੁਤ ਕੀਤੀ, ਪਰ ਉਹਨਾਂ ਦੇ ਜਾਣ ਦਾ ਸਮਾਂ ਆ ਗਿਆ ਸੀ। ਜਦੋਂ ਬਾਬਾ ਜੀ 12 ਘੜੀਆਂ ਦਾ ਲੇਖਾ ਜੋਖਾ ਖਤਮ ਕਰਕੇ ਗੁਫਾ ਨੂੰ ਚਲੇ ਗਏ ਤੇ ਮਾਂ ਬਹੁਤ ਰੋਂਦੀ ਆ, ਤਰਲੇ ਕੱਢਦੀ ਆ ਕਿ ਤੂੰ ਬੱਚਾ ਵਾਪਸ ਆ ਜਾ। ਰੋਂਦੀ ਬਹੁਤ ਆ। ਤੇ ਉੱਥੇ ਬਾਬਾ ਜੀ ਦੀ ਸ਼ਾਹਤਲਾਈ ਨਗਰੀ ਦੇ ਨੇੜੇ ਇੱਕ ਜਦੋਂ ਅਸੀਂ ਊਨੇ ਵੱਲੋਂ ਜਾਂਦੇ ਆ, ਪਹਿਲਾ ਪੁਲ ਆਉਂਦਾ, ਉਹ ਚਰਨ ਗੰਗਾ ਨਹੀਂ ਹੈਗੀ। ਜਦੋਂ ਸ਼ਾਹਤਲਾਈ ਟੱਪ ਜਾਂਦੇ ਆ, ਗੁਫਾ ਵੱਲ ਨੂੰ ਜਾਂਦੇ ਆ, ਤੇ ਉਹ ਜਿਹੜਾ ਪੁਲ ਆ ਲੋਹੇ ਦਾ ਬਣਿਆ ਹੋਇਆ, ਉਹਦੇ ਜਿਹੜਾ ਖੱਬੇ ਪਾਸੇ ਨੂੰ ਸਥਾਨ ਆ, ਉਹ ਬਹੁਤ ਦੂਰ ਤੱਕ ਬਾਬਾ ਜੀ ਦੀ ਚਰਨ ਗੰਗਾ ਆ। ਤੇ ਬਾਬਾ ਜੀ ਮਾਂ ਰਤਨੋ ਨੂੰ ਜਦੋਂ ਛੱਡ ਕੇ ਚਲੇ ਜਾਂਦੇ ਆ ਤੇ ਮਾਂ ਉੱਥੇ ਪਾਣੀ ਦੇ ਕੰਢੇ ਤੇ ਬੈਠ ਕੇ ਰੋਂਦੀ ਹੁੰਦੀ ਆ ਤੇ ਉਹਦੇ ਜਿਹੜੇ ਅਥਰੂ ਹੁੰਦੇ ਆ ਪਾਣੀ ਵਿੱਚ ਡਿੱਗਦੇ ਰਹਿੰਦੇ ਆ। ਪਾਣੀ ਕੁਦਰਤੀ ਤੌਰ ਤੇ ਪਹਾੜਾਂ ਵਿੱਚ ਯੁੱਗ ਬੀਤ ਗਏ ਆ। ਜਦੋਂ ਪਰਮਾਤਮਾ ਨੇ ਧਰਤੀ ਦੀ ਰਚਨਾ ਕੀਤੀ, ਉਦੋਂ ਤੋਂ ਪਾਣੀ ਚੱਲਦਾ ਆ ਰਿਹਾ, ਪਰ ਉਸ ਨੂੰ ਪਵਿੱਤਰ ਬਾਬਾ ਜੀ ਨੇ ਕੀਤਾ। ਚਰਨ ਗੰਗਾ ਦਾ ਰੁਤਬਾ ਬਾਬਾ ਜੀ ਨੇ ਦਿੱਤਾ। ਮਾਂ ਜਦੋਂ ਰੋ ਰੋ ਕੇ ਅੰਨੀ ਹੋ ਜਾਂਦੀ ਆ ਆਪਣੇ ਪੁੱਤਰ ਦੇ ਵਿਛੋੜੇ ਵਿੱਚ, ਤੇ ਉਹ ਯਾਦ ਕਰਦੀ ਰਹਿੰਦੀ ਕਿ ਬੱਚਿਆ ਤੂੰ ਵਾਪਸ ਆ ਜਾ, ਬੱਚਿਆ ਤੂੰ ਵਾਪਸ ਆ ਜਾ, ਤੇ ਉਦਾਸ ਬਹੁਤ ਰਹਿੰਦੀ ਆ। ਬਾਬਾ ਜੀ ਉਹਦੀ ਪੁਕਾਰ ਸੁਣ ਕੇ ਮੋੜ ਤੇ ਬੈਠ ਕੇ ਦੁਆਰਾ ਮਾਤਾ ਰਤਨ ਦੇ ਘਰ ਆਉਂਦੇ ਤੇ ਉਹਨੂੰ ਦਰਸ਼ਨ ਦਿੰਦੇ ਆ। ਤਾਂ ਫਿਰ ਉਹ ਜਦੋਂ ਉੜ ਕੇ ਦੁਬਾਰਾ ਗੁਫਾ ਨੂੰ ਗਏ ਤੇ ਉਹਨਾਂ ਨੇ ਜਾਣ ਲੱਗਿਆਂ ਜਿਹੜਾ ਪਾਣੀ ਸੀ ਉਹਦੇ ਵਿੱਚ ਆਪਣਾ ਇੱਕ ਪੈਰ ਰੱਖ ਦਿੱਤਾ ਤੇ ਉਹਨਾਂ ਨੇ ਵਰਦਾਨ ਦੇ ਦਿੱਤਾ ਕਿ ਮਾਂ ਕਿ ਚਰਨ ਗੰਗਾ ਆ। ਤੇ ਬਾਬਾ ਜੀ ਨੇ ਕਿਹਾ ਕਿ ਤੁਸੀਂ ਇੱਥੋਂ ਆਪਣੇ ਜਲ ਨਾਲ ਇਸ਼ਨਾਨ ਕਰ ਲਓ ਤੇ ਆਪਣੀਆਂ ਅੱਖਾਂ ਨੂੰ ਧੋਵੋ। ਤੇ ਮਾਂ ਰੋ ਰੋ ਕੇ ਅੰਨੀ ਹੋ ਗਈ ਸੀ ਮਾਤਾ ਰਤਨੋ। ਫਿਰ ਜਦੋਂ ਉਹਨਾਂ ਨੇ ਚਰਨ ਗੰਗਾ ਤੋਂ ਇੱਦਾਂ ਛਿੱਟਾ ਮਾਰਿਆ ਆਪਣੀ ਅੱਖਾਂ ਤੇ, ਉਹਨਾਂ ਨੂੰ ਦ੍ਰਿਸ਼ਟੀ ਵਾਪਸ ਆ ਗਈ। ਤੇ ਬਾਬਾ ਜੀ ਨੇ ਉਸ ਧਰਤੀ ਨੂੰ, ਉਸ ਏਰੀਏ ਨੂੰ, ਕੁਛ ਏਰੀਆ ਹੈ ਜਿਹਨੂੰ ਚਰਨ ਗੰਗਾ ਦਾ ਰੁਤਬਾ ਦਿੱਤਾ। ਅੱਜ ਵੀ ਉੱਥੇ ਜਾ ਕੇ ਜਦੋਂ ਕੋਈ ਸੱਚੀ ਸ਼ਰਧਾ ਨਾਲ ਇਸ਼ਨਾਨ ਕਰਦਾ ਆ ਤਾਂ ਉੱਥੇ ਦੁੱਖ ਤੋਂ ਹੁੰਦੇ ਆ। ਬਾਬਾ ਜੀ ਨੂੰ ਕਈ ਭਗਤਾਂ ਨੇ ਕਈ ਤਰੀਕਿਆਂ ਨਾਲ ਗਾਇਆ, ਤੇਰੀ ਚਰਨ ਗੰਗਾ ਦਾ ਪਾਣੀ ਪਾਪੀਆਂ ਦੇ ਪਾਪ ਧੋਂਦਾ। ਉਹ ਜਿਹੜੀ ਗੰਗਾ ਆ ਉਹ ਪਵਿੱਤਰ ਦੀ ਪਵਿੱਤਰ ਆ। ਜਿਹੜੇ ਕੋਈ ਪਾਪ ਕਮਾਉਂਦੇ ਉੱਥੇ ਜਾ ਕੇ, ਜਾਂ ਲੜਕੀਆਂ ਨੂੰ
ਜਾਂ ਮਾਵਾਂ ਭੈਣਾਂ ਨੂੰ ਇਸ਼ਨਾਨ ਕਰਦਿਆਂ ਨੂੰ ਮਾੜੀ ਨਿਗਾਹ ਨਾਲ ਦੇਖਦੇ ਆ। ਜਿਹੜੀ ਸੱਚੀ ਨਿੱਚਾ ਨਾਲ ਇਸ਼ਨਾਨ ਕਰਦੇ ਆ ਉਹ ਤਰ ਜਾਂਦੇ ਆ। ਗੰਗਾ ਪਵਿੱਤਰ ਦੀ ਪਵਿੱਤਰ ਆ। ਗੰਗਾ ਜਿਹੜੀ ਆ ਉਹ ਪਵਿੱਤਰ ਆ। ਉਹ ਪਾਪ ਜਿਹੜੇ ਆ ਉੱਥੇ ਲੈ ਜਾਂਦੇ ਆ। ਜਿਹੜੇ ਮਾੜੀ ਨਿਗਾਹ ਨਾਲ ਇੱਦਾਂ ਦਿਖਦੇ ਆ ਜਾਂ ਕੋਈ ਪਾਪ ਕਰਮ ਕਰਦੇ ਆ ਉਹਦੇ ਵਿੱਚ ਪਾਣੀ ਵਿੱਚ ਟਾਇਲਟ ਕਰ ਦਿੰਦੇ ਆ ਜਾਂ ਕੋਈ ਬਾਥਰੂਮ ਕਰਦਾ ਆ, ਨਹਾਉਂਦਾ ਵੀ, ਉਹ ਦੰਡ ਦਾ ਪਾਤਰ ਹੋ ਜਾਂਦਾ। ਗੰਗਾ ਪਵਿੱਤਰ ਦੀ ਪਵਿੱਤਰ ਆ। ਉਹ ਆਪਣੇ ਕੋਲ ਕੁਛ ਨਹੀਂ ਰੱਖਦੀ। ਸਾਡਾ ਸਾਰੀ ਸੰਗਤ ਨੂੰ, ਸਲੇਰਨ ਧਾਮ ਵਾਸੀਆਂ ਨੂੰ ਕਹਿਣਾ ਆ ਕਿ ਤੁਸੀਂ ਜਦੋਂ ਵੀ ਬਾਬਾ ਜੀ ਦੇ ਜਾਣਾ, ਚਰਨ ਗੰਗਾ 'ਤੇ ਇਸ਼ਨਾਨ ਕਰਨੇ ਆ, ਪਰ ਆਪਣਾ ਕਿਸੇ ਨੇ ਵੀ ਕੋਈ ਵੀ ਕੱਪੜਾ ਨਹੀਂ ਉੱਥੇ ਸਿੱਟਣਾ, ਤਾਂ ਜੋ ਗੰਗਾ ਪਵਿੱਤਰ ਰਵੇ, ਚਰਨ ਗੰਗਾ ਬਾਬਾ ਜੀ ਦੀ ਪਵਿੱਤਰ ਰਵੇ। ਜੇ ਅਸੀਂ ਕੱਪੜੇ ਸਿੱਟਾਂਗੇ, ਵਹਿਮ ਭਰਮ ਆ। ਜਿਹੜੇ ਸਾਧੂ ਛਿਲੇ ਕਰਦੇ ਆ, ਪੁੱਠੇ ਕਰਮ ਕਰਦੇ ਆ, ਮਾੜੇ ਕਰਮ ਕਰਦੇ ਆ, ਨਾਲੇ ਉੱਥੇ ਧੂਣੇ ਲਾਉਂਦੇ ਆ ਤੇ ਨਾਲੇ ਸੰਗਤਾਂ ਦੇ ਚਮਟੇ ਮਾਰਦੇ ਆ, ਸੰਗਲ ਮਾਰਦੇ ਆ, ਨਾਲੇ ਉਹਨਾਂ ਤੋਂ ਹਜ਼ਾਰਾਂ ਰੁਪਈਆ ਲੈਂਦੇ ਆ, ਬਾਬਾ ਜੀ ਨਾਲ ਤੇ ਠੱਗੀ ਕਰਦੇ ਆ। ਪਰ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ। ਤੁਸੀਂ ਬਾਬਾ ਜੀ ਦੀ ਚਰਨ ਗੰਗਾ ਨੂੰ ਸਾਫ਼ ਸੁਥਰਾ ਰੱਖਣਾ, ਪਵਿੱਤਰ ਰੱਖਣਾ, ਕੋਈ ਕੱਪੜਾ ਨਹੀਂ ਸਿੱਟਣਾ। ਕੱਪੜਿਆਂ ਵਿੱਚ ਕਦੀ ਵੀ ਭੂਤ ਨਹੀਂ ਹੁੰਦਾ। ਭੂਤ ਇਨਸਾਨਾਂ ਦੇ ਵਿੱਚ ਹੁੰਦੇ ਆ। ਆਪਣਾ ਅੰਦਰੋਂ ਹਿਰਦਾ ਸਾਫ਼ ਰੱਖਣਾ ਤਾਂ ਜੋ ਤੁਹਾਡੇ ਦੁੱਖ ਦੂਰ ਹੋਣ। ਬਾਬਾ ਜੀ ਦੀ ਚਰਨ ਗੰਗਾ ਉੱਤੇ ਇਸ਼ਨਾਨ ਕਰਕੇ ਆਪਣੇ ਦੁੱਖ ਦੂਰ ਕਰਕੇ ਫਿਰ ਸ਼ਾਹਤਲਾਈ ਤੋਂ ਉੱਪਰ ਨੂੰ ਝੰਡੇ ਲੈ ਕੇ ਜਾਇਆ ਕਰੋ। ਸਵੱਛ ਹੋ ਕੇ, ਪਵਿੱਤਰਤਾ ਤੋਂ ਬਿਨਾਂ ਪੂਜਾ ਅਧੂਰੀ ਹੈ। ਇਸ ਸਤਸੰਗ ਸੁਣਨ ਤੋਂ ਬਾਅਦ ਕਈ ਭਗਤਾਂ ਨੇ, ਕਈ ਸਾਧੂਆਂ ਦੇ ਦਿਲਾਂ ਵਿੱਚ ਵਿਚਾਰ ਆਉਣਾ ਕਿ ਜਿੱਥੇ ਅਸੀਂ ਨਹਾਉਂਦੇ ਸੀ ਉਹ ਸੱਚ ਵਾ, ਅਸਲ ਸੱਚ ਅੱਗੇ ਆ। ਹੁਣ ਤੁਸੀਂ ਆਪ ਸਵੈਂ ਵਿਚਾਰ ਕਰਨਾ। ਜਿਹੜਾ ਮਾਂ ਰਤਨੋ ਦਾ ਘਰ ਸੀ ਉਹ ਸ਼ਾਹਤਲਾਈ ਦੇ ਵਿੱਚ ਸੀ। ਜਦੋਂ ਬਾਬਾ ਜੀ ਉੜ ਕੇ ਗੁਫਾ ਨੂੰ ਗਏ ਆ, ਉਹ ਸ਼ਾਹਤਲਾਈ ਤੋਂ ਗੁਫਾ ਉੱਪਰਲੇ ਪਾਸੇ ਨੂੰ ਗਏ ਆ, ਬਲਕਿ ਪਿਛਲੇ ਪਾਸੇ ਨੂੰ ਨਹੀਂ ਆਏ, ਪੰਜਾਬ ਵਾਲੀ ਸਾਈਡ ਨੂੰ ਨਹੀਂ ਆਏ। ਬਾਬਾ ਜੀ ਗੁਫਾ ਵੱਲ ਨੂੰ ਗਏ ਆ, ਬਲਕਿ ਜਿਹੜੀ ਬੈਕ ਵਾਲੇ ਪਾਣੀ ਆ, ਜਿਹੜਾ ਪਹਿਲਾ ਪੁਲ ਆਉਂਦਾ ਊਨਾ ਸਾਈਡ ਤੋਂ, ਉੱਥੇ ਜਿਹੜੇ ਸ਼ਾਹਤਲਾਈ ਦੇ ਲੋਕ ਆ ਜਾਂ ਨੇੜੇ ਤੇੜੇ ਪਿੰਡ ਆ, ਉੱਥੇ ਉਹਨਾਂ ਦੇ ਲੋਕ ਜਦੋਂ ਮਰ ਜਾਂਦੇ ਆ, ਉਹਨਾਂ ਦੇ ਸੰਸਕਾਰ ਉੱਥੇ ਹੁੰਦੇ ਆ। ਉੱਥੇ ਚਰਨ ਗੰਗਾ ਨਹੀਂ ਹੈਗੀ, ਉੱਥੇ ਉਹ ਮ੍ਰਿਤਿੂ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੇ ਸੰਸਕਾਰ ਕਰਦੇ ਆ। ਕਈ ਭਗਤਾਂ ਨੇ 40-40, 50-50 ਸਾਲ ਤੋਂ ਉੱਥੇ ਇਸ਼ਨਾਨ ਕੀਤੇ ਆ। ਹੁਣ ਸਾਡੇ ਕਹਿਣ ਤੇ ਇੱਕ ਵਾਰੀ ਅੱਗੇ ਕਰਕੇ ਦੇਖਿਓ। ਜਾਂ ਜਿਹੜੇ ਸ਼ਾਹਤਲਾਈ ਦੇ ਵੀ ਲੋਕ ਆ, ਜਦੋਂ ਉਹਨਾਂ ਨੂੰ ਕੋਈ ਦੁੱਖ ਆਊਗਾ ਜਾਂ ਕੋਈ ਪ੍ਰੋਬਲਮ ਆਵੇ, ਉਹ ਅੱਗੇ ਜਾ ਕੇ ਇਸ਼ਨਾਨ ਕਰਕੇ ਦੇਖਣ, ਉਹ ਵੀ ਤਰ ਜਾਓਗੇ। ਇਹ ਸਾਨੂੰ ਵੀ ਬਾਬਾ ਜੀ ਨੇ ਦੱਸਿਆ, ਤਾਂ ਜੋ ਤੁਹਾਡੇ ਤੇ ਦੁੱਖ ਨਾ ਰਵੇ, ਗਰੀਬੀ ਨਾ ਰਵੇ, ਤੁਹਾਨੂੰ ਬਾਬਾ ਜੀ ਦਰਸ਼ਨ ਹੋਣ। ਆਪਾਂ ਤਕਰਾਰ ਨਹੀਂ ਕਰਨੀ, ਇਸ਼ਨਾਨ ਨਹੀਂ ਕਰਨਾ। ਜੇ ਪਿਛਲੇ ਪਾਸੇ ਕਰ ਦੇਣਾ, ਇੱਕ ਵਾਰੀ ਸਾਡੇ ਕਹਿਣ ਤੇ ਅੱਗੇ ਕਰ ਲਓ, ਪਰ ਚਰਨ ਗੰਗਾ ਨੂੰ ਸਵੱਛ ਰੱਖਿਓ, ਸਫਾਈ ਰੱਖਿਓ। ਨੇੜੇ ਕਿਸੇ ਨੇ ਟਾਇਲਟ ਨਹੀਂ ਕਰਨੀ, ਬਾਥਰੂਮ ਨਹੀਂ ਕਰਨਾ, ਕੋਈ ਵੀ ਉੱਥੇ ਕੱਪੜਾ ਨਹੀਂ ਸਿੱਟਣਾ। ਬਾਬਾ ਜੀ ਤੁਹਾਨੂੰ ਖੁਸ਼ੀਆਂ ਦੇਣਗੇ। ਬੋਲ ਸੱਚੇ ਦਰਬਾਰ ਕੀ ਜੈ। ਜੈਕਾਰਾ ਪਾਉਣਾ ਹਰੀ ਬਾਬਾ ਜੀ ਦਾ। ਬੋਲ ਸੱਚੇ ਦਰਬਾਰ ਕੀ ਜੈ।